हेलो स्टूडेंट्स, हाउ आर यू? मैं उम्मीद करदा सारे वधिया होवोगे। टुडे वी विल डू वेरी इंटरेस्टिंग, वेरी ब्यूटीफुल and world famous poem of Rabindranath Tagore, and which brought a huge laurel for his dignity. Before reciting that poem, let's read something about Rabindranath Tagore. Rabindranath Tagore, whose lifespan was 1861 to 1941, symbolizes all that is decent in Indian civilization. ਰਵਿੰਦਰਨਾਥ ਟੈਗੋਰ ਆਪਣੀ ਲੇਖਣੀ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਦਾ ਸੰਕੇਤ ਦਿੰਦਾ ਹੈ ਜੋ ਕਿ ਭਾਰਤ ਦੀ ਸੱਭਿਅਤਾ ਦੇ ਵਿੱਚ ਬਹੁਤ ਹੀ ਸੱਭਿਅ ਹਨ। He was a multifaceted personality. ਉਹ ਬਹੁਮੁਖੀ ਸ਼ਖਸੀਅਤ ਦਾ ਮਾਲਕ ਸੀ। He was a poet, playwright. ਉਹ ਇੱਕ ਕਵੀ ਸੀ, ਇੱਕ ਨਾਟਕ ਲਿਖਣ ਵਾਲਾ ਸੀ, prose writer, ਵਾਰਤਕ ਲਿਖਣ ਵਾਲਾ ਸੀ, painter, ਉਹ painter ਵੀ ਸੀ, and a musician, ਅਤੇ ਇੱਕ ਸੰਗੀਤਕਾਰ ਵੀ ਸੀ। His book Gitanjali won for him the Nobel Prize for Literature in 1913. 1913 ਵਿੱਚ ਉਹਨਾਂ ਦੀ ਕਿਤਾਬ ਗੀਤਾਂਜਲੀ ਨੇ ਸਾਹਿਤ ਦੇ ਖੇਤਰ ਵਿੱਚ ਉਹਨਾਂ ਲਈ ਨੋਬਲ ਪ੍ਰਾਈਜ਼ ਜਿੱਤਿਆ। Dr. Radha Krishnan said about Tagore, Radha Krishnan ji ne Tagore ji bare kiha, his poetry is a light that fills the mind. ਉਹਨਾਂ ਦੀ ਕਾਵ ਸ਼ੈਲੀ ਇੱਕ ਰੋਸ਼ਨੀ ਵਾਂਗ ਜੋ ਸਾਡੇ ਦਿਲ ਅਤੇ ਦਿਮਾਗ ਨੂੰ ਭਰਦੀ ਹੈ। A song that stirs the blood. ਇੱਕ ਇਹੋ ਜਿਹਾ ਗੀਤ ਹੈ ਜੋ ਸਾਡੇ ਖੂਨ ਵਿੱਚ ਹਲਚਲ ਪੈਦਾ ਕਰਦਾ ਹੈ। And a hymn that moves the heart. ਹਿਮ ਹੁੰਦਾ ਧਾਰਮਿਕ ਭਜਨ, ਸ਼ਬਦ, ਇਹੋ ਜਿਹੇ ਧਾਰਮਿਕ ਭਜਨ ਹਨ ਜਿਹੜੇ ਕਿ ਸਾਡੇ ਦਿਲ ਨੂੰ ਝੰਜੋੜਦੇ ਹਨ। Most of his works were initially written by him in Bengali and later he translated them into English. ਬਹੁਤ ਸਾਰੀ ਲੇਖਣੀ ਸ਼ੁਰੂਆਤ ਵਿੱਚ ਉਹਨਾਂ ਨੇ ਬੰਗਾਲੀ ਭਾਸ਼ਾ 'ਚ ਲਿਖੀ and later ਅਤੇ ਬਾਅਦ ਵਿੱਚ he translated them into English. ਉਹਨਾਂ ਨੇ ਇਸੇ ਦਾ ਇੰਗਲਿਸ਼ ਵਿੱਚ ਅਨੁਵਾਦ ਕੀਤਾ। ਸੋ ਆਓ ਹੁਣ ਆਪਾਂ poem ਦੇ ਨਾਲ ਜੁੜੀਏ। Leave this chanting and singing and telling of beads. Leave ਛੱਡ ਦਿਓ, chanting ਯਾਨੀ ਕਿਸੇ ਚੀਜ਼ ਦਾ ਜਾਪ ਤਾਪ ਕਰਨਾ, singing ਗੁਣ ਗਾਣੇ, ਭਜਨ ਗਾਣੇ, and telling of beads ਮਾਰਾ ਫੇਰਨੀਆਂ। telling ਯਾਨੀ ਫੇਰਨੀਆਂ, ਬੀਡਸ ਯਾਨੀ ਮਣਕੇ। ਸੋ ਛੱਡ ਦਿਓ ਚੈਂਟਿੰਗ ਕਰਨੀ, ਜਾਪ ਤਾਪ ਉੱਚੀ ਉੱਚੀ ਕਰਨਾ, ਐਂਡ ਸਿੰਗਿੰਗ ਐਂਡ ਟੈਲਿੰਗ ਆਫ ਬੀਡਸ, ਇਸ ਤਰ੍ਹਾਂ ਦੀਆਂ ਕਿਰਿਆਵਾਂ ਜਿਹੜੀਆਂ ਕਿ ਤੁਸੀਂ ਰੱਬ ਨੂੰ ਮਿਲਣ ਲਈ ਕਰ ਰਹੇ ਹੋ ਉੱਚੀ ਉੱਚੀ। Whom dost thou worship in this lonely dark corner of a temple? ਸੋ ਇਹ ਪੁਰਾਣੀ ਲੈਂਗੁਏਜ ਹੈ। Whom dost yani whom do, do yani you, whom do you worship in this lonely dark corner of a temple? ਤੁਸੀਂ ਇਸ ਟੈਂਪਲ ਦੇ ਹਨੇਰੇ ਕੋਨੇ ਦੇ ਵਿੱਚ ਕਿਹਦੀ ਪੂਜਾ ਕਰਦੇ ਹੋ? worship yani ਪੂਜਾ। with doors all shut, ਸਾਰੇ ਦਰਵਾਜ਼ੇ ਬੰਦ ਕਰਕੇ। open thine eyes, ਆਪਣੀਆਂ ਅੱਖਾਂ ਖੋਲੋ and see, ਅਤੇ ਦੇਖੋ thy God, ਤੁਹਾਡਾ ਰੱਬ is not before thee, ਤੁਹਾਡੇ ਸਾਹਮਣੇ ਤਾਂ ਹੈ ਨਹੀਂ। ਯਾਨੀ ਜਿੱਥੇ ਤੁਸੀਂ ਮੰਨ ਰਹੇ ਹੋ ਕਿ ਰੱਬ ਸਿਰਫ ਇੱਥੇ ਹੀ ਹੈ, ਰੱਬ ਸਿਰਫ ਉੱਥੇ ਨਹੀਂ ਹੈ। He is there, ਉਹ ਉੱਥੇ ਹੈ। where the tiller ਯਾਨੀ ਕਿਸਾਨ is tilling, ਵਾਹ ਰਿਹਾ ਹੈ। the hard ground ਯਾਨੀ ਧਰਤੀ ਦਾ ਕਠੋਰ ਸੀਨਾ, ਉਹਨੂੰ ਵਾਹ ਰਿਹਾ ਹੈ। and where the path maker is breaking stones, ਜਿੱਥੇ ਰਾਹ ਬਣਾਉਣ ਵਾਲੇ ਮਜ਼ਦੂਰ breaking stones, ਉਹ ਰਾਹ ਦੇ ਵਿੱਚ ਪਏ ਵੱਡੇ ਵੱਡੇ ਪੱਥਰ ਆਪਣੇ ਹਥੌੜੇ ਦੇ ਨਾਲ ਤੋੜਦੇ ਪਏ ਹਨ। He is with them, ਉਹ ਉਹਨਾਂ ਨਾਲ ਹੈ। ਕਿੱਥੇ ਕਿੱਥੇ? in sun. ਸੋ ਇੱਥੇ ਜੋ sun ਲਿਖਿਆ ਹੈ ਐਸ ਵਿੱਚ ਕੀ ਹੈ? small. ਓਕੇ, small ਜਦੋਂ ਹੋਵੇ ਉਹਦਾ ਮਤਲਬ ਧੁੱਪ। ਜੇ ਐਸ ਵੱਡਾ ਹੋਵੇ, ਕੈਪੀਟਲ ਹੋਵੇ, ਤੇ ਉਹ ਕੀ ਹੋਏਗਾ? ਸੂਰਜ। He is with them in sun, ਉਹ ਉਹਨਾਂ ਦੇ ਨਾਲ ਧੁੱਪੇ ਬੈਠਾ। and in shower, ਅਤੇ ਮੀਂਹ ਦੇ ਵਿੱਚ ਵੀ ਉਹਨਾਂ ਦੇ ਨਾਲ ਹੀ ਬੈਠਾ। and his garment is covered with dust, ਅਤੇ ਉਹਦੇ ਕੱਪੜੇ ਤਾਂ ਮਿੱਟੀ ਨਾਲ ਭਰੇ ਪਏ ਹਨ। ਯਾਨੀ ਰਵਿੰਦਰਨਾਥ ਟੈਗੋਰ ਇੱਕ ਸਟਾਇਰ ਬਣਾ ਰਿਹਾ। ਸਟਾਇਰ ਹੁੰਦਾ ਜਦੋਂ ਅਸੀਂ ਕਿਸੇ ਤੇ ਵਿਅੰਗ ਕੱਸਦੇ ਹਾਂ, ਠੀਕ ਹੈ। ਸੋ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਦੇ ਤੁਸੀਂ ਕੱਪੜੇ ਇੰਨੇ ਸਜਾ ਕੇ ਰੱਖ ਰਹੇ ਹੋ, ਇਹਨੂੰ ਇੰਨਾ ਸਜਾ ਰਹੇ ਹੋ, ਤੰਜ ਕੀ ਕੱਸਿਆ ਜਾ ਰਿਹਾ ਰਵਿੰਦਰਨਾਥ ਟੈਗੋਰ ਵੱਲੋਂ ਕਿ ਉਹ ਤਾਂ ਯਾਰ ਧੁੱਪੇ ਬੈਠਾ, ਉਹ ਤਾਂ ਬਾਰਿਸ਼ 'ਚ ਉਹਨਾਂ ਦੇ ਨਾਲ ਬੈਠਾ, ਉਹ ਤਾਂ ਕੱਪੜੇ ਹੀ ਬੜੇ ਗੰਦੇ ਨੇ, ਰੱਬ ਤਾਂ ਉੱਥੇ ਬੈਠਾ। ਪੁੱਟ ਆਫ ਯਾਨੀ ਉਤਾਰ ਦੋ। thy holy mantle, mantle ਹੁੰਦਾ ਚੋਲਾ,
ਠੀਕ ਹੈ, ਉਹ ਜਿਹੜਾ ਪਵਿੱਤਰ ਚੋਲਾ ਤੁਸੀਂ ਆਪਣਾ ਪਾਇਆ ਹੋਇਆ, ਜਿਸ ਨਾਲ ਤੁਸੀਂ ਆਪਣੇ ਆਪ ਨੂੰ ਧਾਰਮਿਕ ਕਹਾ ਰਹੇ ਹੋ, ਠੀਕ ਹੈ, ਕਿਸੇ ਵੀ ਕਲਰ ਦਾ ਚੋਲਾ ਹੋ ਸਕਦਾ, ਉਹ ਸਾਰਿਆਂ ਲਈ ਕਿਹਾ ਗਿਆ ਕਿ ਉਹ ਧਾਰਮਿਕ ਚੋਲਾ, ਯਾਨੀ ਬਾਹਰੀ ਭੇਖ ਜਿਹੜਾ ਤੁਸੀਂ ਬਣਾਇਆ ਉਹ ਸਾਰਾ ਖਤਮ ਕਰ ਦਿਓ। ਐਂਡ ਈਵਨ ਲਾਈਕ ਹਿਮ, ਤੇ ਉਹਦੇ ਵਾਂਗ ਹੀ ਕਮ ਡਾਊਨ, ਨੀਚੇ ਆਓ, ਔਨ ਦਾ ਡਸਟੀ ਸੋਇਲ, ਧੂੜ ਭਰੀ ਜ਼ਮੀਨ ਤੇ। ਡਿਲੀਵਰੈਂਸ, ਵੇਅਰ ਇਜ਼ ਦਿਸ ਡਿਲੀਵਰੈਂਸ ਟੂ ਬੀ ਫਾਊਂਡ? ਮੁਕਤੀ, ਇਹ ਮੁਕਤੀ ਮਿਲਦੀ ਕਿੱਥੇ ਹੈ? Our master himself has joyfully taken upon him the bonds of creation। ਜਿੱਥੋਂ ਤੁਸੀਂ ਮੁਕਤੀ ਭਾਲ ਕੇ ਜਿਹਨੂੰ ਮਿਲਣਾ ਚਾਹੁੰਦੇ ਹੋ, ਜਿਹੜੇ ਮਾਸਟਰ ਨੂੰ ਮਿਲਣਾ ਚਾਹੁੰਦੇ ਹੋ, ਉਹ ਮਾਸਟਰ ਤਾਂ ਖੁਦ ਆਪਣੀ ਕ੍ਰੀਏਸ਼ਨ, ਯਾਨੀ ਇਹ ਧਰਤੀ, ਯਾਨੀ ਇਹ ਬ੍ਰਹਿਮੰਡ, ਹਰ ਚੀਜ਼ ਉਹਦੇ ਵਿੱਚ ਆਪ ਪਸਰਿਆ ਹੋਇਆ, ਉਹ ਵੀ ਆਪਣੇ ਆਪ ਨੂੰ ਇਸ ਤੋਂ ਅਲੱਗ ਨਹੀਂ ਕਰ ਪਾਇਆ। He is bound with us all forever। ਉਹ ਤਾਂ ਸਾਡੇ ਸਾਰਿਆਂ ਦੇ ਨਾਲ ਬੱਝਿਆ ਹੋਇਆ, ਬੰਨਿਆ ਹੋਇਆ, ਉਹਨੇ ਆਪਣੇ ਆਪ ਨੂੰ ਸਾਡੇ ਤੋਂ ਅਲੱਗ ਨਹੀਂ ਕੀਤਾ। Come out of thy meditations। ਇਸ ਕਰਕੇ ਜਿਹੜੇ ਤੁਸੀਂ ਧਿਆਨ ਲਗਾ ਕੇ ਬੈਠੇ ਹੋ, ਪੂਜਾ ਅਰਚਨਾ 'ਚ ਬੈਠੇ ਹੋ, ਉਹਨਾਂ ਤੋਂ ਬਾਹਰ ਆਓ। ਐਂਡ ਲੀਵ ਅਸਾਈਡ, ਲੀਵ ਹੁੰਦਾ ਛੱਡ ਦਿਓ, ਅਸਾਈਡ ਹੁੰਦਾ ਪਰੇ, ਇਹਨੂੰ ਪਰੇ ਰੱਖ ਦਿਓ। ਕਿੰਨਾਂ ਨੂੰ ਪਰੇ ਰੱਖ ਦਿਓ? ਦਾਈ ਫਲਾਵਰਸ, ਆਪਣੇ ਫੁੱਲਾਂ ਨੂੰ ਜਿਹੜੇ ਕਿ ਤੁਸੀਂ ਰੱਬ ਦੇ ਉੱਤੇ ਵਾਰਦੇ ਪਏ ਹੋ। ਐਂਡ ਇਨਸੈਂਸ, ਇਹ ਜੋ ਧੂਫ ਅਗਰਬੱਤੀਆਂ, ਫ੍ਰੈਗਰੈਂਸ ਜਿਹੜੇ ਕਿ ਰੱਬ ਦੇ ਅੱਗੇ ਜਿਹਦੇ ਨਾਲ ਆਰਤੀ ਕਰ ਰਹੇ ਹੋ, ਉਹਨਾਂ ਸਾਰਿਆਂ ਨੂੰ ਸਾਈਡ ਤੇ ਰੱਖ ਦਿਓ। ਵਾਟ ਹਾਰਮ ਇਜ਼ ਦੇਅਰ, ਇਹ 'ਚ ਕੀ ਮਾੜਾ ਹੈ? ਇਫ thy clothes become tattered and stained, ਜੇ ਤੁਹਾਡੇ ਕੱਪੜੇ ਫਟ ਜਾਣ ਜਾਂ ਮੈਲੇ ਹੋ ਜਾਣ, ਕੀ ਮਾੜਾ ਇਹਦੇ 'ਚ? meet him and stand by him, ਉਹਨੂੰ ਮਿਲੋ। ਹੁਣ ਇੱਥੇ him ਦੋਨਾਂ ਲਈ, ਯਾਨੀ ਮਿਹਨਤ ਕਰਨ ਵਾਲਿਆਂ ਨੂੰ, ਕਿਉਂਕਿ ਉਹਨਾਂ 'ਚ ਰੱਬ ਹੈ। meet him and stand by him in toil and in the sweat of thy brow। ਸੋ ਇੱਥੇ ਰਵਿੰਦਰਨਾਥ ਟੈਗੋਰ ਇੱਕ ਲਾਸਟ ਮੈਸੇਜ ਇਹ ਦਿੰਦਾ ਕਿ ਸੋ ਸਭ ਕੁਝ ਛੱਡ ਦਿਓ ਤੇ ਕਿੱਥੇ ਆ ਜਾਓ? ਉਸ ਕਠੋਰ ਵਿਅਕਤੀ ਵਾਂਗ ਤੁਸੀਂ ਬਣ ਜਾਓ, ਜੇ ਤੁਸੀਂ ਉਹਨੂੰ ਮਿਲਣਾ ਚਾਹੁੰਦੇ ਹੋ। ਓਕੇ, ਸੋ ਤੁਸੀਂ ਵੀ ਕਠੋਰ ਮਿਹਨਤ ਕਰੋ, ਟੋਇਲ ਯਾਨੀ ਕਠੋਰ ਮਿਹਨਤ ਕਰਨੀ। ਸੋ ਆਪਣੇ ਮੱਥੇ ਤੇ ਪਸੀਨਾ ਲਿਆਓ। ਬ੍ਰੋ ਹੁੰਦਾ ਵੈਸੇ ਤਾਂ ਆਈਬ੍ਰੋ ਦਾ ਉਹ ਹਿੱਸਾ, ਪਰ ਇੱਥੇ ਬ੍ਰੋ ਜਿਹੜਾ ਉਹਨਾਂ ਨੇ ਮੱਥੇ ਲਈ ਵੀ ਵਰਤਿਆ, ਵੀ ਕਹਿੰਦੇ ਉਹ ਮੱਥੇ ਤੇ ਪਸੀਨਾ ਲਿਆਓ, ਮਿਹਨਤ ਕਰੋ ਜੇ ਤੁਸੀਂ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ। ਸੋ ਇਹ ਸੀ ਪੋਇਮ। ਸੋ ਆਈ ਹੋਪ ਯੂ ਹੈਵ enjoyed it thoroughly. Now come to the homework. So this is your homework, this is exercise. Do it as per your convenience and show it to your teachers and fix all of your mistakes out of that. Hope you have enjoyed it a lot. Do well in your studies. See you in the next video lesson. I, Paramjot Singh.